ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਸਿੱਖ ਸਿੱਖ ਗੁਰ ਸੋਏ, ਅਲਖ ਲਖਾਇਆ। ਗੁਰ ਦੀਖਿਆ ਲੈ ਸਿੱਖ, ਸਿੱਖ ਸਦਾਇਆ। ਗੁਰ ਸਿੱਖ ਇੱਕੋ ਹੋਏ, ਜੋ ਗੁਰ ਭਾਇਆ। ਹੀਰਾ ਕਣੀ ਪਰੋਏ, ਹੀਰ ਵਿਧਾਇਆ। ਜਲ ਤਰੰਗ ਅਵਲੋਏ, ਸਲਲ ਸਮਾਇਆ। ਜੋਤੀ ਜੋਤ ਸਮੋਏ, ਦੀਪ ਦੀਪਾਇਆ। ਅਚਰਜ ਅਚਰਜ ਢੋਏ, ਚਲਤ ਬਣਾਇਆ। ਦੁੱਧਹੁ ਦਹੀ ਵਿਲੋਏ, ਘਿਓ ਕਢਾਇਆ। ਇਕ ਚਾਨਣ ਤ੍ਰਿਹੁ ਲੋਏ, ਪ੍ਰਗਟੀ ਆਇਆ। ਇਕ ਚਾਨਣ ਤ੍ਰਿਹੁ ਲੋਏ, ਪ੍ਰਗਟੀ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਗੁਰਗੱਦੀ 'ਤੇ ਬਿਰਾਜਮਾਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜੀਏ। ਤੀਸਰੀ ਵਾਰ ਦੀ 11ਵੀਂ ਪੌੜੀ ਤੋਂ ਅੱਜ ਆਪਾਂ ਵਿਚਾਰ ਆਰੰਭ ਕਰਨੀ ਹੈ। ਇਸ 11ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਗੁਰੂ ਅਤੇ ਸਿੱਖ ਦੀ ਅਭੇਦਤਾ ਦਾ ਜ਼ਿਕਰ ਕਰਦੇ ਹੈ, ਜਾਂ ਇਉਂ ਕਹਿ ਲਓ, ਗੁਰੂ ਨੇ ਪਹਿਲਾਂ ਸਿੱਖ ਬਣ ਕੇ ਗੁਰੂ ਦੀ ਸਿੱਖਿਆ ਨੂੰ ਕਮਾਇਆ ਅਤੇ ਫਿਰ ਗੁਰੂ ਬਣੇ। ਸਿੱਖ ਅਤੇ ਗੁਰੂ ਇੱਕ ਰੂਪ ਹਨ, ਕੋਈ ਭੇਦ ਨਹੀਂ, ਪਰ ਪਹਿਲਾਂ ਸਿੱਖਿਆ ਲੈ ਕੇ ਆਪਣੇ ਆਪ ਨੂੰ ਸਿੱਖ ਅਖਵਾਇਆ ਅਤੇ ਗੁਰੂ ਦਾ ਹੁਕਮ ਮੰਨਿਆ। ਸੋ ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ। ਗੁਰ ਸਿੱਖ ਸਿੱਖ ਗੁਰ ਸੋਏ, ਅਲਖ ਲਖਾਇਆ। ਭਾਈ ਗੁਰਦਾਸ ਜੀ ਕਥਨ ਕਰਦੇ ਹੈ, ਗੁਰ ਸਿੱਖ ਸਿੱਖ ਗੁਰ ਸੋਏ। ਗੁਰੂ ਨੇ ਸਿੱਖ ਹੋ ਕੇ ਅਤੇ ਸਿੱਖ ਨੇ ਗੁਰੂ ਹੋ ਕੇ ਆਪ ਅਲਖ ਪਰਮਾਤਮਾ ਨੂੰ ਜਾਣਿਆ ਹੈ ਅਤੇ ਹੋਰਾਂ ਦੇ ਤਾਈਂ ਜਣਾਇਆ ਹੈ। ਗੁਰ ਸਿੱਖ, ਗੁਰੂ ਨੇ ਸਿੱਖ ਬਣ ਕੇ ਸਿੱਖੀ ਕਮਾਈ ਹੈ। ਸਿੱਖ ਗੁਰ ਸੋਏ, ਅਤੇ ਸਿੱਖ ਜਦੋਂ ਗੁਰੂ ਬਣਿਆ, ਗੁਰੂ ਨੇ ਵੀ ਅਲਖ ਪਰਮਾਤਮਾ ਨੂੰ ਜਾਣਿਆ ਅਤੇ ਸਿੱਖ ਨੇ ਵੀ ਅਲਖ ਪਰਮੇਸ਼ਰ ਨੂੰ ਜਾਣਿਆ ਹੈ। ਆਪ ਜਾਣਿਆ ਅਤੇ ਹੋਰਾਂ ਦੇ ਤਾਈਂ ਉਹਨਾਂ ਨੇ ਜਣਾਇਆ ਹੈ।
ਗੁਰ ਦੀਖਿਆ ਲੈ ਸਿੱਖ, ਸਿੱਖ ਸਦਾਇਆ। ਕਿਵੇਂ? ਗੁਰੂ ਦੀ ਦੀਖਿਆ, ਦੀਖਿਆ ਤੋਂ ਭਾਵ ਸਿੱਖਿਆ। ਪਹਿਲਾਂ ਸਿੱਖ ਨੇ ਗੁਰੂ ਦੀ ਸਿੱਖਿਆ ਲਈ ਆਪਣੇ ਆਪ ਨੂੰ ਸਿੱਖ ਸਦਵਾਇਆ। ਜਿਵੇਂ ਭਾਈ ਲਹਿਣਾ ਜੀ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਜੀ ਤੋਂ ਸਿੱਖਿਆ ਲਈ, ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਮੰਨਿਆ, ਆਪਣੇ ਆਪ ਨੂੰ ਪਹਿਲਾਂ ਸਿੱਖ ਸਦਵਾਇਆ। ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੱਖ ਹਨ। ਬਾਅਦ ਵਿੱਚ ਗੁਰੂ ਬਣੇ ਹੈ ਗੁਰੂ ਅੰਗਦ ਦੇਵ। ਸੋ ਪਹਿਲਾਂ ਗੁਰੂ ਨੇ ਸਿੱਖਿਆ ਨੂੰ ਆਪ ਕਮਾਇਆ ਹੈ। ਗੁਰ ਦੀਖਿਆ ਲੈ ਸਿੱਖ, ਸਿੱਖ ਸਦਾਇਆ। ਗੁਰੂ ਤੋਂ ਸਿੱਖਿਆ ਲੈ ਕੇ ਸਿੱਖ ਨੇ ਆਪਣੇ ਆਪ ਨੂੰ ਸਿੱਖ ਅਖਵਾਇਆ ਹੈ। ਗੁਰੂ ਨੇ ਪਹਿਲਾਂ ਸਿੱਖ ਅਖਵਾਇਆ, ਫਿਰ ਗੁਰੂ ਬਣੇ ਨੇ। ਗੁਰ ਸਿੱਖ ਇੱਕੋ ਹੋਏ, ਜੋ ਗੁਰ ਭਾਇਆ। ਜਿਸ ਸਿੱਖ ਨੇ ਸਿੱਖਿਆ ਨੂੰ ਕਮਾਇਆ ਹੈ, ਅਤੇ ਜਿਹੜਾ ਸਿੱਖ ਸਿੱਖਿਆ ਕਮਾਉਂਦਾ, ਹੁਕਮ ਮੰਨਦਾ, ਗੁਰੂ ਨੂੰ ਭਾ ਗਿਆ, ਉਹ ਸਿੱਖ ਅਤੇ ਗੁਰੂ ਇੱਕ ਰੂਪ ਹੀ ਹੋ ਗਏ। ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਭਾ ਗਏ ਕਿਉਂਕਿ ਹੁਕਮ ਮੰਨਿਆ। ਭਾਈ ਲਹਿਣਾ ਅਤੇ ਗੁਰੂ ਨਾਨਕ ਦੇਵ ਸਾਹਿਬ ਇੱਕ ਰੂਪ ਹੋ ਗਏ, ਕੋਈ ਫਰਕ ਨਹੀਂ ਰਿਹਾ। ਗੁਰ ਸਿੱਖ ਇੱਕੋ ਹੋਏ, ਗੁਰੂ ਅਤੇ ਸਿੱਖ ਇੱਕ ਰੂਪ ਹੋ ਗਏ, ਪਰ ਹੋਏ ਉਦੋਂ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਨਾਨਕ ਦੇਵ ਜੀ ਨੂੰ ਭਾ ਗਏ। ਹੀਰਾ ਕਣੀ ਪਰੋਏ, ਹੀਰ ਵਿਧਾਇਆ। ਕਿਵੇਂ? ਉਦਾਹਰਣਾਂ ਦੇ ਕੇ ਸਮਝਾਉਂਦੇ ਹੈ। ਕਹਿੰਦੇ ਜਿਵੇਂ ਹੀਰੇ ਦੀ ਕਣੀ ਨੇ ਹੀਰੇ ਨੂੰ ਵਿੰਨ ਕੇ ਪਰੋ ਦਿੱਤਾ। ਹੀਰੇ ਨੂੰ ਹੀਰੇ ਦੀ ਕਣੀ ਦੇ ਨਾਲ ਹੀ ਵਿੰਨਿਆ ਜਾਂਦਾ ਹੈ, ਫਿਰ ਪਰੋਇਆ ਜਾਂਦਾ ਹੈ। ਕਹਿੰਦੇ ਇਸੇ ਤਰ੍ਹਾਂ ਭਾਈ ਲਹਿਣਾ ਜੀ ਵੀ ਹੀਰਾ ਸਨ, ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਹੀਰਾ। ਸੋ ਹੀਰਾ ਕਣੀ ਪਰੋਏ ਹੀਰ ਵਿਧਾਇਆ। ਹੀਰੇ ਦੀ ਕਣੀ ਨੇ ਹੀਰੇ ਨੂੰ ਵਿੰਨ ਕੇ ਪਰੋ ਦਿੱਤਾ। ਭਾਈ ਲਹਿਣੇ ਤੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਬਣਾ ਦਿੱਤਾ। ਜਲ ਤਰੰਗ ਅਵਲੋਏ, ਸਲਲ ਸਮਾਇਆ। ਭਾਈ ਗੁਰਦਾਸ ਜੀ ਕਹਿੰਦੇ ਪਾਣੀ ਦੀਆਂ ਤਰੰਗਾਂ ਵੱਲ ਵੇਖੋ। ਜਲ ਤਰੰਗ ਅਵਲੋਏ, ਸਲਲ ਸਮਾਇਆ। ਉਹ ਤਰੰਗਾਂ ਪਾਣੀ ਵਿੱਚ ਹੀ ਸਮਾ ਜਾਂਦੀਆਂ, ਭੇਦ ਹੋ ਜਾਂਦੀਆਂ ਨੇ। ਜੇ ਕੋਈ ਕਵੇ ਵੀ ਪਾਣੀ ਦੀਆਂ ਲਹਿਰਾਂ ਤਰੰਗਾਂ ਵੱਖਰੀਆਂ ਹਨ, ਪਾਣੀ ਵੱਖਰਾ ਹੈ, ਭਾਈ ਸਾਹਿਬ ਜੀ ਕਹਿੰਦੇ ਨਹੀਂ, ਉਹ ਇੱਕ ਰੂਪ ਹੀ ਹਨ। ਉਹ ਵੇਖਣ ਨੂੰ ਲੱਗਦਾ ਹੈ ਵੀ ਇਹ ਤਰੰਗਾਂ ਵੱਖਰੀਆਂ ਨੇ, ਪਰ ਉਹ ਪਾਣੀ ਦਾ ਹੀ ਰੂਪ ਹਨ। ਗੁਰੂ ਨਾਨਕ ਦੇਵ ਮਹਾਰਾਜ ਅਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਇੱਕ ਰੂਪ ਹਨ। ਗੁਰੂ ਅੰਗਦ ਦੇਵ ਜੀ ਪਹਿਲਾਂ ਸਿੱਖ ਸਦਵਾਏ, ਸਿੱਖਿਆ ਨੂੰ ਕਮਾਇਆ, ਬਚਨ ਮੰਨਿਆ, ਫਿਰ ਗੁਰੂ ਬਣੇ। ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਇੱਕ ਰੂਪ ਹਨ। ਜਿਵੇਂ ਪਾਣੀ ਅਤੇ ਪਾਣੀ ਦੀਆਂ ਤਰੰਗਾਂ ਇੱਕੋ ਹੀ ਹੁੰਦੀਆਂ ਨੇ। ਜੋਤੀ ਜੋਤ ਸਮੋਏ, ਦੀਪ ਦੀਪਾਇਆ। ਜਿਵੇਂ ਦੀਵੇ ਤੋਂ ਦੀਵਾ ਜਗਾਇਆ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਜੋਤ ਗੁਰੂ ਅੰਗਦ ਦੇਵ ਜੀ ਦੇ ਵਿੱਚ ਟਿਕਾ ਦਿੱਤੀ। ਗੁਰੂ ਜੋਤ ਦਾ ਦੀਵਾ ਜਗ ਗਿਆ। ਸਤਿਗੁਰੂ ਨੇ ਆਪਣੀ ਜੋਤ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵਿੱਚ ਟਿਕਾ ਦਿੱਤੀ। ਜਦੋਂ ਅੱਜ ਅਸੀਂ ਸਾਇੰਸ ਦੀ ਗੱਲ ਕਰਦੇ ਹਾਂ, ਅਤੇ ਸਾਇੰਸ ਇਸ ਗੱਲ ਦੇ ਵਿੱਚ ਸਫਲ ਹੋਈ ਹੈ, ਸਰੀਰ ਦੇ ਇੱਕ ਅੰਗ ਨੂੰ ਕੱਢ ਕੇ ਕਿਸੇ ਦੂਜੇ ਸਰੀਰ ਦੇ ਵਿੱਚ ਪਾ ਦੇਣਾ। ਅੱਜ ਅਸੀਂ ਵੇਖਦੇ ਹਾਂ ਅੱਖਾਂ ਕਿਸੇ ਦੀਆਂ ਨੇ, ਕਿਸੇ ਨੂੰ ਪਾਈਆਂ ਗਈਆਂ, ਉਹ ਦੇਖ ਰਿਹਾ ਹੈ। ਇੱਥੋਂ ਤੱਕ ਸਰੀਰ ਦੇ ਕਈ ਅੰਗ, ਜਿਵੇਂ ਕਿਡਨੀ ਕੱਢ ਕੇ, ਗੁਰਦਾ ਕੱਢ ਕੇ ਇੱਕ ਦਾ ਦੂਜੇ ਸਰੀਰ ਦੇ ਵਿੱਚ ਪਾ ਦਿੱਤਾ ਜਾਂਦਾ ਹੈ। ਔਰ ਹੁਣ ਤਾਂ
ਦਿਲ ਵੀ ਇੱਕ ਦਾ ਦੂਜੇ ਨੂੰ ਪਾਉਣ ਦੀ ਸਮਰੱਥਾ ਰੱਖਦੇ ਨੇ ਅੱਜ ਦੀ ਸਾਇੰਸ। ਸਰੀਰ ਦੇ ਅੰਗਾਂ ਨੂੰ ਇੱਕ ਤੋਂ ਦੂਜੇ ਸਰੀਰ ਦੇ ਵਿੱਚ ਪਹੁੰਚਾਉਣ ਦੇ ਵਾਸਤੇ ਵਿਗਿਆਨ ਸਫਲ ਹੋਇਆ ਹੈ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਆਪਣੀ ਜੋਤ ਦੂਜੇ ਸਰੀਰ ਦੇ ਵਿੱਚ ਟਿਕਾਉਂਦੇ ਰਹੇ ਅਤੇ ਜਿਸ ਦੇ ਵਿੱਚ ਜੋਤ ਟਿਕਾਈ ਫਿਰ ਉਹੀ ਗੁਰੂ ਹੋਇਆ। ਉਸੇ ਨੂੰ ਹੀ ਸਿੱਖਾਂ ਨੇ ਭਾਵਨਾ ਦੇ ਨਾਲ ਮੱਥਾ ਟੇਕਿਆ, ਨਮਸਕਾਰ ਕੀਤੀ, ਉਸੇ ਨੂੰ ਗੁਰੂ ਮੰਨਿਆ, ਉਹਦੀ ਚਰਨ ਸ਼ਰਨ ਵਿੱਚ ਰਹਿ ਕੇ ਸਿੱਖੀ ਨੂੰ ਕਮਾਇਆ। ਭਾਈ ਲਹਿਣਾ ਜੀ ਪਹਿਲਾਂ ਸਿੱਖ ਸਨ, ਫਿਰ ਗੁਰੂ ਬਣੇ ਨੇ। ਜੋਤੀ ਜੋਤ ਸਮਾਏ ਦੀਪ ਦੀਪਾਇਆ, ਜਿਵੇਂ ਦੀਵੇ ਤੋਂ ਦੀਵਾ ਜਗ ਜਾਂਦਾ ਹੈ, ਇਵੇਂ ਗੁਰੂ ਜੋਤ ਦੇ ਵਿੱਚ ਸਤਿਗੁਰੂ ਨੇ ਸਮਾ ਦਿੱਤੀ। ਭਾਈ ਲਹਿਣੇ ਵਿੱਚ ਗੁਰੂ ਜੋਤ ਨੂੰ ਟਿਕਾ ਦਿੱਤਾ। ਅਚਰਜ ਅਚਰਜ ਢੋਏ ਚਲਤ ਬਣਾਇਆ। ਸੋ ਗਹਿਰ ਗੰਭੀਰ ਸਤਿਗੁਰੂ ਪਾਤਸ਼ਾਹ ਜੀ ਨੇ ਅਚਰਜ ਅਚਰਜ ਢੋਏ, ਅਚਰਜ ਨੂੰ ਅਸਚਰਜ ਢੰਗ ਦੇ ਨਾਲ ਮੇਲ ਕੇ ਇਹ ਅਸਚਰਜ ਕੌਤਕ ਬਣਾ ਦਿੱਤਾ। ਇਹ ਹੈਰਾਨ ਕਰਨ ਵਾਲਾ ਕੌਤਕ ਹੀ ਸੀ। ਸਿੱਖ ਨੂੰ ਗੁਰੂ ਬਣਾ ਦਿੱਤਾ, ਆਪਣੀ ਜੋਤ ਗੁਰੂ ਅੰਗਦ ਦੇਵ ਵਿੱਚ ਟਿਕਾ ਦਿੱਤੀ। ਫਿਰ ਦੁਨੀਆ ਵਿੱਚ ਅਸੀਂ ਦੇਖਦੇ ਹਾਂ ਜਿਹੜੇ ਰਹਿਬਰ ਹੋਏ ਨੇ, ਆਗੂ ਹੋਏ ਨੇ, ਉਹ ਜਾਂ ਤਾਂ ਆਪਣੇ ਪੁੱਤਰ ਨੂੰ ਬਿਠਾਉਂਦੇ ਹੈ ਜਾਂ ਫਿਰ ਆਪਣੇ ਕਿਸੇ ਖਾਸ ਨੂੰ। ਪਰ ਮਹਾਰਾਜ ਨੇ ਜਿਹੜਾ ਯੋਗ ਸੀ, ਜਿਹੜਾ ਗੁਰਿਆਈ ਦਾ ਭਾਰ ਇਸ ਪੰਡ ਨੂੰ ਚੁੱਕਣ ਦੇ ਸਮਰੱਥ ਸੀ, ਉਸੇ ਨੂੰ ਹੀ ਗੁਰਤਾ ਗੱਦੀ ਬਖਸ਼ੀ, ਪੁੱਤਰਾਂ ਨੂੰ ਨਹੀਂ। ਸੋ ਇਹ ਸਤਿਗੁਰੂ ਪਾਤਸ਼ਾਹ ਜੀ ਨੇ ਅਸਚਰਜ ਨੂੰ ਅਸਚਰਜ ਦੇ ਨਾਲ ਮੇਲ ਕੇ ਇਹ ਚਲਤ ਬਣਾਇਆ, ਇਹ ਕੌਤਕ ਬਣਾ ਕੇ ਵਿਖਾਇਆ ਹੈ। ਦੁੱਧਹੁ ਦਹੀ ਵਿਲੋਏ ਘਿਓ ਕਢਾਇਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਵੇਂ ਦੁੱਧ ਤੋਂ ਦਹੀਂ ਬਣਦਾ ਹੈ ਅਤੇ ਫਿਰ ਦਹੀਂ ਨੂੰ ਵਿਲੋ ਕੇ ਰਿੜਕ ਕੇ ਘਿਓ ਕਢਾਇਆ, ਉਹਦੇ ਵਿੱਚੋਂ ਮੱਖਣ ਨਿਕਲਦਾ ਹੈ, ਫਿਰ ਉਹਦੇ ਵਿੱਚੋਂ ਘਿਓ ਬਣਦਾ ਹੈ। ਕਹਿੰਦੇ ਜਿਵੇਂ ਦੁੱਧ ਤੋਂ ਦਹੀਂ ਬਣਿਆ, ਰਿੜਕਿਆ, ਫਿਰ ਉਹਦੇ ਵਿੱਚੋਂ ਘਿਓ ਕਢਾਇਆ, ਫਿਰ ਉਹ ਘਿਓ ਪੂਜਾ ਦੇ ਕੰਮ ਆਇਆ, ਕਈ ਪਦਾਰਥ ਬਣੇ ਉਹਦੇ। ਸਿੱਖ ਤਾਂ ਬਹੁਤ ਹਨ ਜਿਨ੍ਹਾਂ ਨੇ ਸਿੱਖੀ ਨੂੰ ਕਮਾਇਆ, ਪਰ ਭਾਈ ਲਹਿਣਾ ਜੀ ਹੀ ਗੁਰੂ ਤੱਕ ਅੱਪੜੇ ਹੈ, ਭਾਵ ਗੁਰੂ ਪਦਵੀ ਤੱਕ। ਗੁਰਿਆਈ ਗੁਰੂ ਅੰਗਦ ਦੇਵ ਜੀ ਨੂੰ ਮਿਲੀ ਹੈ। ਭਾਵੇਂ ਕਿ ਬਾਬਾ ਬੁੱਢਾ ਸਾਹਿਬ ਜੀ, ਭਾਈ ਸਧਾਰਨ ਜੀ, ਹੋਰ ਕਿੰਨੇ ਸਿੱਖ ਨੇ, ਸਿੱਖੀ ਨੂੰ ਕਮਾਉਣ ਵਾਲੇ ਸਾਰੇ ਪ੍ਰਵਾਨ ਹਨ, ਪਰ ਗੁਰਿਆਈ ਜਿਹੜੀ ਉਹ ਭਾਈ ਲਹਿਣੇ ਨੂੰ ਮਿਲੀ। ਗੁਰੂ ਅੰਗਦ ਦੇਵ ਜੀ ਬਣੇ। ਕਹਿੰਦੇ ਦੁੱਧ ਤੋਂ ਵੇਖੋ ਦਹੀਂ, ਫਿਰ ਰਿੜਕ ਕੇ ਘਿਓ ਕਢਾਇਆ। ਇਸੇ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰ 'ਤੇ ਸਿੱਖ ਸਾਰੇ ਪ੍ਰਵਾਨ ਨੇ। ਦੁੱਧ ਵੀ, ਦਹੀਂ ਵੀ, ਮੱਖਣ ਵੀ, ਪਰ ਘਿਓ ਜਿਹੜਾ ਹੈ ਉਹ ਫਿਰ ਦੁੱਧ ਦੇ ਵਿੱਚੋਂ ਨਿਕਲਦਾ ਹੈ। ਇਹਦਾ ਮਤਲਬ ਇਹ ਨਹੀਂ ਵੀ ਮੱਖਣ ਨੂੰ ਨਕਾਰ ਦਿੱਤਾ ਜਾਂਦਾ ਹੈ ਜਾਂ ਦਹੀਂ ਨੂੰ ਨਕਾਰ ਦਿੱਤਾ ਜਾਂਦਾ, ਨਹੀਂ। ਇਹ ਵੀ ਸਾਰੇ ਪਦਾਰਥ ਪ੍ਰਵਾਨ ਹਨ। ਦੁੱਧ ਵੀ ਪੀਤਾ ਜਾਂਦਾ ਹੈ, ਦਹੀਂ ਵੀ ਖਾਧੀ ਜਾਂਦੀ ਜਾਂ ਖਾਧਾ ਜਾਂਦਾ, ਵੱਖ-ਵੱਖ ਬੋਲੀਆਂ ਨੇ, ਔਰ ਇਸੇ ਤਰ੍ਹਾਂ ਮੱਖਣ ਵੀ। ਪਰ ਸਿੱਖ ਤੋਂ ਗੁਰੂ ਬਣਨ ਤੱਕ ਦਾ ਜਿਹੜਾ ਸਫ਼ਰ ਉਹ ਭਾਈ ਲਹਿਣੇ ਨੇ ਹੀ ਤੈਅ ਕੀਤਾ ਹੈ, ਗੁਰੂ ਬਣੇ ਨੇ। ਇੱਕ ਚਾਨਣ ਤ੍ਰਿਹੋ ਲੋਏ ਪ੍ਰਗਟੀ ਆਇਆ। ਇੱਕ ਚਾਨਣ ਤ੍ਰਿਹੋ ਲੋਏ, ਇੱਕ ਗੁਰੂ ਜੋਤ ਦਾ ਚਾਨਣ ਹੀ ਤਿੰਨਾਂ ਲੋਕਾਂ ਦੇ ਵਿੱਚ ਹੈ। ਗੁਰੂ ਪਰਮੇਸ਼ਰ ਦਾ ਸਵਰੂਪ ਹੈ ਅਤੇ ਇੱਕ ਗੁਰੂ ਜੋਤ ਦਾ ਚਾਨਣ ਹੀ ਤਿੰਨਾਂ ਲੋਕਾਂ ਦੇ ਵਿੱਚ ਹੈ ਅਤੇ ਤਿੰਨਾਂ ਹੀ ਲੋਕਾਂ ਦੇ ਵਿੱਚ ਇਹ ਪ੍ਰਗਟੀ ਆਇਆ, ਇਹ ਪ੍ਰਕਾਸ਼ ਕਰ ਰਿਹਾ ਹੈ। ਗੁਰੂ ਜੋਤ ਦਾ ਚਾਨਣਾ ਜਿਹੜਾ ਹੈ
ਉਹ ਤਿੰਨਾਂ ਹੀ ਲੋਕਾਂ ਦੇ ਵਿੱਚ ਪ੍ਰਕਾਸ਼ਿਤ ਹੋ ਰਿਹਾ ਹੈ। ਹੁਣ ਅਗਲੀ ਪੌੜੀ 12ਵੀਂ ਪੌੜੀ ਦੇ ਵਿੱਚ ਭਾਈ ਸਾਹਿਬ ਜੀ ਫਰਮਾਉਂਦੇ ਹੈ, ਸਤਿਗੁਰ ਨਾਨਕ ਦੇਓ ਗੁਰਾ ਗੁਰ ਹੋਇਆ। ਭਾਈ ਗੁਰਦਾਸ ਜੀ ਨੂੰ ਪੁੱਛੀਏ, ਭਾਈ ਗੁਰਦਾਸ ਸਾਹਿਬ ਜੀ ਕਲਯੁਗ ਦੇ ਵਿੱਚ ਆਪਣੇ ਆਪ ਨੂੰ ਬਹੁਤ ਸਾਰੇ ਲੋਕ ਗੁਰੂ ਸਦਵਾਉਂਦੇ ਹੈ, ਕਈ ਗੁਰੂ ਕਹਾਉਂਦੇ ਹੈ। ਗੁਰੂ ਨਾਨਕ ਦੇਵ ਸਾਹਿਬ ਬਾਰੇ ਦੱਸੋ। ਤਾਂ ਭਾਈ ਸਾਹਿਬ ਜੀ ਕਹਿੰਦੇ ਨੇ, ਸਤਿਗੁਰ ਨਾਨਕ ਦੇਓ ਗੁਰਾ ਗੁਰ ਹੋਇਆ। ਕਲਯੁਗ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਗੁਰੂਆਂ ਦੇ ਵੀ ਗੁਰੂ ਹੋਏ ਹੈ, ਗੁਰੂਆਂ ਦੇ ਵੀ ਗੁਰਦੇਵ ਹੋਏ ਹੈ। ਜਿਹੜੇ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਸਨ, ਸਤਿਗੁਰੂ ਜੀ ਉਹਨਾਂ ਦੇ ਵੀ ਗੁਰੂ ਹਨ। ਅੰਗਦ ਅਲਖ ਅਭੇਓ ਸਹਿਜ ਸਮਾਇਆ। ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਅਲਖ ਤੇ ਅਭੇਦ ਵਾਹਿਗੁਰੂ ਪਰਮਾਤਮਾ ਦੇ ਵਿੱਚ ਸਹਿਜ ਪਦ ਬਖਸ਼ ਕੇ ਸਮਾ ਦਿੱਤਾ। ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕਰਕੇ ਗੁਰੂ ਅੰਗਦ ਦੇਵ ਜੀ ਨੂੰ ਅਲਖ ਅਭੇਦ ਪਰਮਾਤਮਾ ਦੇ ਵਿੱਚ ਸਮਾਇਆ। ਕਿਵੇਂ? ਸਹਿਜ ਪਦ ਬਖਸ਼ ਕੇ, ਸਹਿਜ ਸਮੋਇਆ, ਸਹਿਜ ਅਵਸਥਾ ਬਖਸ਼ੀ ਅਤੇ ਗੁਰੂ ਅੰਗਦ ਦੇਵ ਪਰਮੇਸ਼ਰ ਦੇ ਵਿੱਚ ਅਭੇਦ ਹੋਏ। ਅਮਰਹੁ ਅਮਰ ਸਮੇਓ ਅਲਖ ਅਲੋਇਆ। ਫਿਰ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਅਮਰਦਾਸ ਜੀ ਨੂੰ ਅਮਰ ਸਮੇਓ, ਅਮਰ ਜਿਹੜਾ ਨਾਸ਼ਵੰਤ ਨਹੀਂ, ਜਿਹੜਾ ਮਰਨ ਵਾਲਾ ਨਹੀਂ, ਪਰਮਾਤਮਾ ਉਹਦੇ ਵਿੱਚ ਸਮਾ ਦਿੱਤਾ। ਅਲਖ ਅਲੋਇਆ ਅਤੇ ਅਲਖ ਪਰਮਾਤਮਾ ਉਹ ਵਿਖਾ ਦਿੱਤਾ। ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਅਤੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਅਲਖ ਪਰਮਾਤਮਾ ਦੇ ਵਿੱਚ ਅਭੇਦ ਕਰ ਦਿੱਤਾ ਔਰ ਉਹਦੇ ਦਰਸ਼ਨ ਇਸ ਸਾਰੀ ਖਲਕਤ ਦੇ ਵਿੱਚੋਂ ਕਰਵਾ ਦਿੱਤੇ, ਉਹਦੇ ਪ੍ਰਤੱਖ ਦੀਦਾਰ ਕਰਵਾ ਦਿੱਤੇ ਗੁਰੂ ਅਮਰਦਾਸ ਜੀ ਨੂੰ। ਰਾਮ ਨਾਮ ਅਰਖਿਓ ਅੰਮ੍ਰਿਤ ਚੋਇਆ। ਫਿਰ ਇਸ ਤੋਂ ਅੱਗੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਗੁਰੂ ਰਾਮਦਾਸ ਮਹਾਰਾਜ ਜੀ ਦੇ ਹਿਰਦੇ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਨਾਮ ਰਸ ਅਥਵਾ ਪ੍ਰੇਮ ਦਾ ਰਸ ਅੰਮ੍ਰਿਤ ਚੋ ਦਿੱਤਾ। ਗੁਰੂ ਸਾਹਿਬ ਜੀ ਬਖਸ਼ਿਸ਼ਾਂ ਕਰਦੇ ਰਹੇ। ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ 'ਤੇ ਬਖਸ਼ਿਸ਼ ਕੀਤੀ, ਅੰਮ੍ਰਿਤ ਚੋਇਆ, ਉਹਨਾਂ ਦੇ ਹਿਰਦੇ ਦੇ ਵਿੱਚ ਪ੍ਰੇਮ ਰਸ ਦਾ ਅੰਮ੍ਰਿਤ ਚੋ ਦਿੱਤਾ। ਅਰਖਿਓ ਦਾ ਭਾਵ ਪ੍ਰੇਮ, ਪ੍ਰੇਮ ਰਸ ਦਾ ਅੰਮ੍ਰਿਤ ਚੋਇਆ। ਗੁਰੂ ਰਾਮਦਾਸ ਜੀ ਦਾ ਕਿੰਨਾ ਪ੍ਰੇਮ ਸੀ ਸਤਿਗੁਰੂ ਦੇ ਨਾਲ, ਪਰਮੇਸ਼ਰ ਦੇ ਨਾਲ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਪੜ੍ਹ ਕੇ ਅਸੀਂ ਜਾਣ ਸਕਦੇ ਹਾਂ। ਜਿਸ ਦਿਨ ਗੁਰਿਆਈ ਮਿਲੀ, ਨੇਤਰਾਂ ਦੇ ਵਿੱਚ ਵੈਰਾਗ ਦੇ ਹੰਝੂ ਸਨ ਅਤੇ ਗੁਰਿਆਈ 'ਤੇ ਸੁਸ਼ੋਭਿਤ ਹੋ ਕਰਕੇ ਇਹ ਸ਼ਬਦ ਉਚਾਰਿਆ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣਹੁ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਐ ਚੂਕੇ ਸਭ ਸੋਗ ਸੰਤਾਪੇ। ਮਹਾਰਾਜ ਮੈਂ ਤਾਂ ਰੁਲਦਾ ਫਿਰਦਾ ਸੀ, ਤੁਸੀਂ ਬਖਸ਼ਿਸ਼ਾਂ ਕਰਕੇ ਗੁਰਿਆਈ ਦੇ ਤਖ਼ਤ 'ਤੇ ਬਿਠਾ ਦਿੱਤਾ। ਸੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਤਿਗੁਰੂ ਦੇ ਹਿਰਦੇ ਵਿੱਚ ਗੁਰੂ ਅਮਰਦਾਸ ਜੀ ਨੇ ਪ੍ਰੇਮ ਰਸ ਦਾ ਅੰਮ੍ਰਿਤ ਚੋਇਆ ਹੈ। ਗੁਰ ਅਰਜਨ ਕਰ ਸੇਓ ਢੋਐ ਢੋਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੇਵਾ ਕੀਤੀ, ਗੁਰੂ ਰਾਮਦਾਸ ਮਹਾਰਾਜ ਜੀ ਦਾ ਹਰ ਬਚਨ ਮੰਨਿਆ, ਢੋਐ ਢੋਇਆ, ਅਤੇ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਉਹਨਾਂ ਨੂੰ ਦਾਤ ਮਿਲੀ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਪਰਮੇਸ਼ਰ ਦੀ ਦਾਤ ਨਾਲ ਨਿਵਾਜ ਦਿੱਤਾ। ਭਾਵੇਂ ਪ੍ਰਿਥੀ ਚੰਦ ਨੇ ਬਹੁਤ ਯਤਨ ਕੀਤੇ, ਗੁਰੂ ਰਾਮਦਾਸ ਜੀ ਦੇ ਨਾਲ ਲੜਦਾ ਝਗੜਦਾ ਹੁੰਦਾ ਸੀ,
ਮਹਾਰਾਜ ਨੇ ਸ਼ਬਦ ਵੀ ਉਚਾਰਿਆ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿਨ ਸਿਉ ਝਗਰਤ ਪਾਪ। ਪੁੱਤਰ ਪਿਤਾ ਦੇ ਨਾਲ ਕਿਉਂ ਝਗੜਾ ਕਰਦਾ ਹੈ, ਕਿਉਂ ਲੜਦਾ ਹੈ? ਸੋ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਨੇ ਸੇਵਾ ਕੀਤੀ, ਗੁਰੂ ਰਾਮਦਾਸ ਮਹਾਰਾਜ ਦਾ ਬਚਨ ਮੰਨਿਆ ਅਤੇ ਪਰਮਾਤਮਾ ਦੀ ਦਾਤ ਦੇ ਨਾਲ ਨਿਵਾਜੇ ਗਏ, ਸਤਿਕਾਰੇ ਗਏ। ਗੁਰ ਹਰ ਗੋਬਿੰਦ ਅਮਿਓ, ਅਮਿਓ ਵਿਲੋਇਆ। ਫਿਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਮਿਓ ਵਿਲੋਇਆ, ਅੰਮ੍ਰਿਤ ਨੂੰ ਰਿੜਕਿਆ। ਭਾਵ ਅੰਮ੍ਰਿਤ ਕੀ ਗੁਰੂ ਦਾ ਸ਼ਬਦ, ਸ਼ਬਦ ਨੂੰ ਵਿਚਾਰਿਆ, ਸ਼ਬਦ ਨੂੰ ਧਾਰਨ ਕੀਤਾ ਅਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਅਮੇਓ, ਮਿਣਤੀ ਤੋਂ ਰਹਿਤ ਕਰ ਦਿੱਤਾ, ਆਗਾਦ ਕਰ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਕਿਉਂਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹਰ ਤਰ੍ਹਾਂ ਦੀ ਸਿੱਖਿਆ ਦਿੱਤੀ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰਮੁਖੀ ਅੱਖਰ ਸਿਖਾਏ, ਸ਼ਸਤਰ ਵਿੱਦਿਆ, ਘੋੜ ਸਵਾਰੀ, ਤਾਰਾ ਮੰਡਲ ਦੀ ਵਿੱਦਿਆ, ਰਸਾਇਣ ਵਿੱਦਿਆ, ਹਰ ਤਰ੍ਹਾਂ ਦੀ ਵਿੱਦਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਿਖਾਈ। ਮਹਿਜ 11 ਸਾਲਾਂ ਦੇ ਸਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਲਾਹੌਰ ਤੱਤੀ ਤਵੀ 'ਤੇ ਬੈਠ ਕੇ ਸ਼ਹੀਦ ਹੋ ਗਏ। ਗੁਰਿਆਈ 'ਤੇ ਬੈਠੇ ਗੁਰੂ ਹਰਗੋਬਿੰਦ ਸਾਹਿਬ ਜੀ। ਗੁਰੂ ਅਰਜਨ ਦੇਵ ਜੀ ਦਾ ਰੂਪ ਜਾਣ ਕੇ ਹੀ ਸਿੱਖਾਂ ਨੇ ਭਾਵਨਾ ਦੇ ਨਾਲ ਨਮਸਕਾਰ ਕੀਤੀ। ਫਿਰ ਆਪ ਜਾਣਦੇ ਹੋ ਮੀਰੀ ਪੀਰੀ ਦੀਆਂ 2 ਸ੍ਰੀ ਸਾਹਿਬਾਂ ਪਹਿਨੀਆਂ, ਸ਼ਸਤਰਧਾਰੀ ਆਪ ਹੋਏ, ਸਿੱਖਾਂ ਨੂੰ ਸ਼ਸਤਰਧਾਰੀ ਬਣਾਇਆ ਔਰ ਜ਼ੁਲਮ ਦੇ ਨਾਲ ਟਾਕਰਾ ਕੀਤਾ। ਗੁਰ ਹਰਗੋਬਿੰਦ ਅਮਿਓ, ਅਮਿਓ ਵਿਲੋਇਆ। ਨਾਮ ਅੰਮ੍ਰਿਤ ਨੂੰ, ਸ਼ਬਦ ਨੂੰ ਰਿੜਕ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਆਗਾਦ ਹੋ ਗਏ। ਸੱਚਾ ਸੱਚ ਸੁਚਿਓ, ਸੱਚ ਖਲੋਇਆ। ਸੱਚਾ ਜਿਹੜਾ ਪਰਮਾਤਮਾ ਸਦਾ ਹੈ, ਉਸ ਸੱਚੇ ਦੇ ਸੱਚੇ ਨਾਮ ਨੂੰ ਜਪ ਕੇ ਗੁਰਮੁਖ ਸੁੱਚੇ ਹੋ ਗਏ, ਪਵਿੱਤਰ ਹੋ ਗਏ। ਸੱਚ ਖਲੋਇਆ ਅਤੇ ਉਹਨਾਂ ਦੇ ਹਿਰਦੇ ਦੇ ਵਿੱਚ ਇਹ ਸੱਚ ਆ ਖਲੋਤਾ। ਆਪ ਸੱਚਾ ਪਰਮਾਤਮਾ, ਸੱਚੇ ਪਰਮਾਤਮਾ ਦਾ ਨਾਮ ਗੁਰਮੁਖਾਂ ਦੇ ਹਿਰਦੇ ਵਿੱਚ ਆ ਖਲੋਤਾ ਹੈ। ਆਤਮ ਅਗਹਿ ਗਹਿਓ, ਸ਼ਬਦ ਪਰੋਇਆ। ਆਤਮ ਜਿਹੜਾ ਮਨ ਅਗਹਿ, ਫੜਿਆ ਨਹੀਂ ਜਾ ਸਕਦਾ। ਗਹਿਓ, ਉਹਨੂੰ ਗੁਰੂ ਨੇ ਫੜ ਲਿਆ। ਜਿਨ੍ਹਾਂ ਦਾ ਮਨ ਕਾਬੂ ਵਿੱਚ ਨਹੀਂ ਆਉਂਦਾ, ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਉਹਨਾਂ ਦੇ ਮਨ ਨੂੰ ਫੜ ਕੇ ਟਿਕਾ ਦਿੱਤਾ, ਇੱਕ ਥਾਂ 'ਤੇ ਸਥਿਰ ਕਰ ਦਿੱਤਾ। ਐਸੀ ਗੁਰੂ ਨੇ ਬਖਸ਼ਿਸ਼ ਕੀਤੀ। ਆਤਮ ਅਗਹਿ ਗਹਿਓ, ਇੱਥੇ ਗਹਿਓ ਪਾਠ ਹੈ। ਕਈਆਂ ਥਾਵਾਂ 'ਤੇ ਅਗਹਿਓ ਵੀ ਲਿਖਿਆ ਹੁੰਦਾ ਹੈ, ਪਰ ਗਹਿਓ, ਗਹਿਓ ਦਾ ਅਰਥ ਫੜਨਾ। ਨਾ ਫੜੇ ਜਾਣ ਵਾਲੇ ਮਨ ਨੂੰ ਫੜ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਕੀ ਕੀਤਾ? ਸ਼ਬਦ ਪਰੋਇਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰੂ ਸ਼ਬਦ ਨਾਲ ਪਰੋ ਦਿੱਤਾ, ਭਾਵ ਨਾ ਫੜੇ ਜਾਣ ਵਾਲੇ ਮਨ ਨੂੰ ਫੜ ਕੇ ਸ਼ਬਦ ਦੇ ਨਾਲ ਜੋੜ ਦਿੱਤਾ। ਗੁਰਮੁਖ ਅਭਰ ਭਰਿਓ, ਭਰਮ ਭਉ ਖੋਇਆ। ਗੁਰਮੁਖ ਅਭਰ ਭਰਿਓ, ਗੁਰਮੁਖ ਗੁਰਸਿੱਖਾਂ ਨੇ ਅਭਰ ਜਿਹੜਾ ਭਰਿਆ ਜਾਣ ਵਾਲਾ ਨਹੀਂ, ਜਿਹੜਾ ਖਾਲੀ ਹੈ। ਗੁਰਮੁਖਾਂ ਨੇ ਅੱਗੇ ਕੀ ਕੀਤਾ? ਜਿਹੜੇ ਖਾਲੀ ਹਿਰਦੇ ਸਨ ਭਰਿਓ, ਉਹਨਾਂ ਨੂੰ ਨਾਮ ਦੇ ਨਾਲ, ਸ਼ਬਦ ਦੇ ਨਾਲ ਭਰ ਦਿੱਤਾ। ਭਰਮ ਭਉ ਖੋਇਆ ਅਤੇ ਆਪਣੇ ਅੰਦਰੋਂ ਭਰਮ ਡਰ ਸਾਰਾ ਦੂਰ ਕਰ ਲਿਆ। ਅਥਵਾ ਹੋਰਨਾਂ ਦੇ ਵੀ ਅੰਦਰ ਖਾਲੀ ਜਿਨ੍ਹਾਂ ਦੇ ਮਨ ਸਨ, ਜਿਨ੍ਹਾਂ ਦੇ ਹਿਰਦੇ ਖਾਲੀ ਸਨ, ਉਹਨਾਂ ਦੇ ਵਿੱਚ ਨਾਮ ਸ਼ਬਦ ਨੂੰ ਭਰ ਕੇ ਉਹਨਾਂ ਦੇ ਭਰਮ
ਅਤੇ ਉਹਨਾਂ ਦੇ ਭਉ ਡਰ ਸਾਰੇ ਹੀ ਦੂਰ ਕਰ ਦਿੱਤੇ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਤੋਂ ਬਾਅਦ ਜੋ ਡਰ ਅਤੇ ਸਹਿਮ ਸਿੱਖ ਹਿਰਦਿਆਂ ਦੇ ਵਿੱਚ ਪੈਦਾ ਹੋ ਗਿਆ ਸੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰਤਾ ਗੱਦੀ ਦੇ ਉੱਤੇ ਬੈਠਦਿਆਂ ਹੀ ਉਹ ਡਰ ਅਤੇ ਸਹਿਮ ਸਾਰਾ ਦੂਰ ਕਰ ਦਿੱਤਾ। ਮਹਾਰਾਜ ਕਹਿੰਦੇ ਹੁਣ ਡਰਨ ਦੀ ਲੋੜ ਨਹੀਂ, ਸ਼ਸਤਰਧਾਰੀ ਹੋਵੋ, ਚੜ੍ਹ ਕੇ ਕਿਸੇ 'ਤੇ ਜਾਣਾ ਨਹੀਂ ਅਤੇ ਚੜ੍ਹ ਕੇ ਆਏ ਉਹਨੂੰ ਬਖਸ਼ਣਾ ਨਹੀਂ। ਅਤੇ ਅਸੀਂ ਜਦੋਂ ਵੇਖਦੇ ਹਾਂ ਜਿੰਨੀਆਂ ਵੀ ਜੰਗਾਂ ਹੋਈਆਂ, ਕਿਸੇ ਵੀ ਜੰਗ 'ਤੇ ਸਤਿਗੁਰੂ ਜੀ ਆਪ ਜਾਂ ਗੁਰੂ ਦੇ ਸਿੱਖ ਚੜ੍ਹਾਈ ਕਰਕੇ ਨਹੀਂ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਨੇ 4 ਵੱਡੀਆਂ ਜੰਗਾਂ ਲੜੀਆਂ, ਦੁਸ਼ਮਣ ਦੀ ਫੌਜ ਚੜ੍ਹ ਕੇ ਆਈ, ਸੱਚੇ ਪਾਤਸ਼ਾਹ ਨੇ ਸਿੱਖਾਂ ਦੇ ਸਮੇਤ ਮੁਕਾਬਲਾ ਕੀਤਾ, ਜੰਗਾਂ ਜਿੱਤੀਆਂ, ਚੜ੍ਹ ਕੇ ਆਇਆਂ ਦਾ ਕੋਈ ਲਿਹਾਜ਼ ਨਹੀਂ ਕੀਤਾ। ਸੋ ਗੁਰਮੁਖ ਜਿਹੜੇ ਉਹਨਾਂ ਦੇ ਅੰਦਰੋਂ ਭਰਮ ਅਤੇ ਭਉ ਡਰ ਸਾਰਾ ਹੀ ਖਤਮ ਹੋ ਗਿਆ। ਹੁਣ ਅਗਲੀ 13ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਸਾਧ ਸੰਗਤ ਦੇ ਵਿੱਚੋਂ ਗੁਰਮੁਖ ਪਿਆਰੇ ਜਿਹੜੇ ਨੇ ਉਹ ਗੁਣਾਂ ਨੂੰ ਗ੍ਰਹਿਣ ਕਰਦੇ ਹੈ, ਇਸ ਦਾ ਜ਼ਿਕਰ ਕਰ ਰਹੇ ਹਨ। ਸਾਧ ਸੰਗਤ ਭਉ ਭਾਉ ਸਹਿਜ ਬੈਰਾਗ ਹੈ। ਭਾਈ ਗੁਰਦਾਸ ਜੀ ਸਾਨੂੰ ਦੱਸਦੇ ਹੈ, ਇਹ ਗੁਰਮੁਖੋ ਸੰਸਾਰ ਦੇ ਜਿਹੜੇ ਪਦਾਰਥ ਹਨ, ਇਸ ਪਦਾਰਥਾਂ ਦੇ ਮੋਹ ਦੇ ਵਿੱਚ ਪੈ ਕੇ ਬਹੁਤ ਲੋਕ ਗਲਤਾਨ ਹੋ ਜਾਂਦੇ ਹੈ, ਇਹਦੇ ਵਿੱਚ ਲੱਗੇ ਰਹਿੰਦੇ ਹੈ। ਪਰ ਜਿਹੜੇ ਗੁਰੂ ਦੀ ਸੰਗਤ ਕਰਦੇ ਹੈ, ਸਾਧ ਸੰਗਤ ਵਿੱਚ ਆ ਜਾਂਦੇ ਹੈ। ਸਾਧ ਸੰਗਤ ਭਉ ਭਾਉ ਸਹਿਜ ਬੈਰਾਗ ਹੈ। ਸਾਧ ਸੰਗਤ ਇਹੋ ਜਿਹੀ ਹੈ ਜਿਹਦੇ ਵਿੱਚੋਂ ਭਉ ਅਤੇ ਭਾਉ, ਭਉ ਕਹਿੰਦੇ ਡਰ ਨੂੰ, ਨਿਰਮਲ ਭਉ ਪ੍ਰਾਪਤ ਹੁੰਦਾ ਅਤੇ ਭਾਉ ਪਰਮੇਸ਼ਰ ਦਾ ਪ੍ਰੇਮ ਪ੍ਰਾਪਤ ਹੁੰਦਾ ਸਾਧ ਸੰਗਤ ਦੇ ਵਿੱਚੋਂ। ਸਹਿਜ ਬੈਰਾਗ ਹੈ ਅਤੇ ਸਿੱਖ ਸਾਧ ਸੰਗਤ ਦੇ ਵਿੱਚੋਂ ਪਰਮਾਤਮਾ ਦਾ ਡਰ ਅਤੇ ਪ੍ਰੇਮ ਦੀ ਸਿੱਖਿਆ ਨੂੰ ਪ੍ਰਾਪਤ ਕਰਦਾ ਹੈ। ਫਿਰ ਸਹਿਜੇ ਹੀ ਉਹ ਪਰਮੇਸ਼ਰ ਦੇ ਪ੍ਰੇਮ ਵੈਰਾਗ ਦੇ ਵਿੱਚ ਚਲਿਆ ਜਾਂਦਾ ਹੈ। ਵਾਹਿਗੁਰੂ ਪਰਮੇਸ਼ਰ ਉਹਦਾ ਪ੍ਰੇਮ ਵੈਰਾਗ ਜਿਹੜਾ ਹੈ ਸਿੱਖ ਦੇ ਅੰਦਰ ਟਿਕ ਜਾਂਦਾ ਹੈ। ਗੁਰਮੁਖ ਸਹਿਜ ਸੁਭਾਉ ਸੁਰਤ ਸੋ ਜਾਗ ਹੈ। ਸਾਧ ਸੰਗਤ ਦੇ ਵਿੱਚ ਆਇਆ ਹੋਇਆ ਗੁਰਮੁਖ ਸਹਿਜ ਸੁਭਾਅ ਹੀ ਉਹ ਸੁਰਤ ਵਿਖੇ ਜਾਗਦਾ ਹੈ। ਭਾਵ ਇਹ ਹੈ ਕਿ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਸੁਚੇਤ ਰਹਿੰਦਾ ਹੈ, ਸਾਵਧਾਨ ਰਹਿੰਦਾ ਹੈ, ਉਹ ਜਾਗਦਾ ਰਹਿੰਦਾ ਹੈ, ਸੁਚੇਤ ਰਹਿੰਦਾ। ਕਿਤੇ ਇਹ ਜਿਹੜੇ ਵਿਸ਼ੇ ਵਿਕਾਰ ਨੇ ਨਾ, ਇਹ ਮੇਰੇ ਗੁਣਾਂ ਨੂੰ ਨਾ ਲੁੱਟ ਕੇ ਲੈ ਜਾਣ, ਮੇਰੇ ਘਰ ਨੂੰ ਨਾ ਲੁੱਟ ਕੇ ਲੈ ਜਾਣ। ਉਹਦੀਆਂ ਇੰਦਰੀਆਂ ਵੀ ਸਾਰੀਆਂ ਸੁਚੇਤ ਹਨ, ਜਾਗਦੀਆਂ ਹੋਈਆਂ ਹਨ। ਅਤੇ ਜਿਹੜੇ ਸੁੱਤੇ ਨੇ ਉਹਨਾਂ ਬਾਬਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਅਸੀਂ ਪੜ੍ਹਦੇ ਹਾਂ, ਨੈਨਹੁ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੈ ਸਾਧ, ਮਨ ਸੋਇਆ ਮਾਇਆ ਬਿਸਮਾਦ। ਇਸ ਗ੍ਰਹਿ ਮਹਿ ਕੋਈ ਜਾਗਤ ਰਹੈ, ਸਾਬਤ ਬਸਤ ਉਹ ਆਪਣੀ ਲਹੈ, ਸਗਲ ਸਹੇਲੀ ਆਪਣੇ ਰਸਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਮੁਸਨਹਾਰ ਪੰਚ ਬਟਵਾਰੇ, ਸੂਨੇ ਨਗਰ ਪਰੇ ਠੱਗ ਹਾਰੇ। ਸਰੀਰ ਇਹ ਘਰ ਸੁੰਝਾ ਪਿਆ ਰਹਿੰਦਾ ਹੈ, ਵਿਕਾਰ ਲੁੱਟ ਕੇ ਲੈ ਜਾਂਦੇ ਨੇ। ਗੁਰਮੁਖ ਪਿਆਰੇ ਸਦਾ ਜਾਗਦੇ ਨੇ, ਸੁਚੇਤ ਰਹਿੰਦੇ ਨੇ, ਸੁਰਤ ਨੂੰ ਸ਼ਬਦ ਵਿੱਚ ਜੋੜ ਕੇ ਰੱਖਦੇ ਹੈ। ਮਧੁਰ ਬਚਨ ਆਲਾਓ ਹਉਮੈ ਤਿਆਗ ਹੈ। ਸਾਧ ਸੰਗਤ ਦੇ ਵਿੱਚੋਂ ਰੱਬੀ ਦਾਤ ਪ੍ਰਾਪਤ ਕਰਦੇ ਹੈ। ਫਿਰ ਕੀ ਕਰਦੇ ਨੇ? ਮਧੁਰ ਬਚਨ ਆਲਾਓ। ਗੁਰਮੁਖ ਇਹ ਗੁਣ ਸਾਧ ਸੰਗਤ ਵਿੱਚੋਂ ਸਿੱਖਦੇ ਹੈ। ਮਧੁਰ ਮਿੱਠੇ ਰਸਦਾਇਕ ਪਿਆਰੇ ਬੋਲ ਬੋਲਦੇ ਹੈ। ਕੌੜਾ ਬੋਲ ਨਹੀਂ ਬੋਲਦੇ ਗੁਰਮੁਖ ਪਿਆਰੇ।
ਕਿਉਂਕਿ ਪਰਮਾਤਮਾ ਵੀ ਕੌੜਾ ਬੋਲ ਨਹੀਂ ਬੋਲਦਾ, ਗੁਰਮੁਖ ਵੀ ਨਹੀਂ ਬੋਲਦੇ। ਮਿੱਠ ਬੋਲੜਾ ਜੀ ਮਿੱਠ ਬੋਲੜਾ, ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਕੌੜਾ ਕਦੇ ਬੋਲਦਾ ਹੀ ਨਹੀਂ ਹੈ। ਗੁਰਮੁਖ ਵੀ ਕੌੜਾ ਬੋਲ ਫਿੱਕਾ ਬੋਲ ਨਹੀਂ ਬੋਲਦੇ। ਆਸਾ ਦੀ ਵਾਰ ਵਿੱਚ ਵੀ ਅਸੀਂ ਸਤਿਗੁਰੂ ਦੇ ਬਚਨ ਪੜ੍ਹਦੇ ਹਾਂ, ਨਾਨਕ ਫਿੱਕੈ ਬੋਲਿਆ ਤਨ ਮਨ ਫਿੱਕਾ ਹੋਏ। ਜਿਹੜੇ ਫਿੱਕੇ ਬੋਲ ਬੋਲਦੇ ਨੇ ਉਹਨਾਂ ਦਾ ਤਨ ਵੀ, ਉਹਨਾਂ ਦਾ ਮਨ ਵੀ ਫਿੱਕਾ ਹੋ ਜਾਂਦਾ ਹੈ। ਤਨ ਮਨ ਪਰਮੇਸ਼ਰ ਦੇ ਨਾਮ ਰਸ ਤੋਂ ਖਾਲੀ ਰਹਿੰਦਾ ਹੈ। ਮਧੁਰ ਬਚਨ ਆ ਲਾਓ, ਮਿੱਠੇ ਤੇ ਪਿਆਰੇ ਬਚਨ ਬੋਲਦੇ ਨੇ। ਹਉਮੈ ਤਿਆਗ ਹੈ, ਸਦਾ ਹੀ ਹਉਮੈ ਦਾ ਤਿਆਗ ਕਰਦੇ ਹੈ ਗੁਰਮੁਖ ਪਿਆਰੇ। ਉਹਨਾਂ ਦੇ ਅੰਦਰ ਹਉਮੈ ਹੰਕਾਰ ਨਹੀਂ ਹੁੰਦਾ। ਸਤਿਗੁਰ ਮਤ ਪਰਥਾਓ, ਸਦਾ ਅਨੁਰਾਗ ਹੈ। ਅਤੇ ਸਤਿਗੁਰੂ ਦੀ ਸਿੱਖਿਆ ਦੇ ਪਰਥਾਓ ਦਾ ਮਤਲਬ ਅਨੁਸਾਰ ਚੱਲਦੇ ਹੈ। ਗੁਰੂ ਦੀ ਸਿੱਖਿਆ ਦੇ ਅਨੁਸਾਰ ਚੱਲਦੇ, ਗੁਰੂ ਦੀ ਸਿੱਖਿਆ ਤੋਂ ਕਦੇ ਉਲਟ ਨਹੀਂ ਚੱਲਦੇ। ਜੋ ਗੁਰੂ ਨੇ ਕਿਹਾ, ਗੁਰੂ ਨੇ ਸਿੱਖਿਆ ਦਿੱਤੀ, ਉਹਦੇ ਵਿੱਚ ਹੀ ਰਹਿੰਦੇ ਹੈ, ਸਿੱਖਿਆ ਨੂੰ ਕਮਾਉਂਦੇ ਹੈ। ਸਤਿਗੁਰੂ ਦੀ ਸਿੱਖਿਆ ਦੇ ਅਨੁਸਾਰ ਚੱਲਦੇ ਹੋਏ ਸਦਾ ਅਨੁਰਾਗ ਹੈ। ਗੁਰਮੁਖ ਜਨ ਸਦਾ ਪ੍ਰੇਮ ਰੰਗ ਦੇ ਵਿੱਚ ਰੰਗੇ ਰਹਿੰਦੇ ਨੇ। ਅਨੁਰਾਗ ਕਹਿੰਦੇ ਪ੍ਰੇਮ ਨੂੰ। ਉਹਨਾਂ ਦੇ ਅੰਦਰ ਪ੍ਰੇਮ ਗੁਰੂ ਦਾ, ਪਰਮੇਸ਼ਰ ਦਾ ਸਦਾ ਹੀ ਟਿਕਿਆ ਰਹਿੰਦਾ ਹੈ। ਪਿਰਮ ਪਿਆਲੇ ਸਾਓ, ਮਸਤਕ ਭਾਗ ਹੈ। ਪਿਰਮ ਪਿਆਲੇ ਸਾਓ, ਪਿਆਰੇ ਦੇ ਨਾਮ ਅੰਮ੍ਰਿਤ ਦੇ ਪਿਆਲੇ ਦੇ ਸਵਾਦ ਨੂੰ ਮਾਣਦੇ ਹੈ। ਪਿਰਮ ਪਿਆਲੇ ਸਾਓ, ਸਾਓ ਕਹਿੰਦੇ ਸਵਾਦ ਨੂੰ। ਉਹ ਨਾਮ ਦਾ ਰਸ ਚੱਖਦੇ ਹੈ, ਉਸ ਸਵਾਦ ਨੂੰ ਮਾਣਦੇ ਹੈ। ਮਸਤਕ ਭਾਗ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹਨਾਂ ਦੇ ਮਸਤਕ ਦੇ ਭਾਗ ਨੇ, ਚੰਗੇ ਨੇ ਉਹਨਾਂ ਦੇ ਮੱਥੇ ਦੇ ਭਾਗ ਜੋ ਸਾਧ ਸੰਗਤ ਕਰਦੇ ਹੈ। ਨਾਮ ਰਸ ਦਾ ਪਿਆਲਾ, ਉਹਦਾ ਸਵਾਦ ਮਾਣਦੇ ਹੈ। ਨਾਮ ਰਸ ਨੂੰ ਚੱਖਦੇ ਹੋਏ ਮਾਲਕ ਦੇ ਦਰ 'ਤੇ ਪ੍ਰਵਾਨ ਹੁੰਦੇ ਹੈ। ਬ੍ਰਹਮ ਜੋਤ ਬ੍ਰਹਮਾਓ, ਬ੍ਰਹਮ ਜੋਤ ਬ੍ਰਹਮਾਓ, ਗਿਆਨ ਚਿਰਾਗ ਹੈ। ਅਤੇ ਗੁਰਮੁਖ ਪਿਆਰੇ ਸਤ ਸੰਗਤ ਕਰਦਿਆਂ ਨਾਮ ਰਸ ਦੇ ਪਿਆਲੇ ਨੂੰ, ਉਸ ਰਸ ਨੂੰ ਮਾਣਦਿਆਂ ਹੋਇਆਂ ਬ੍ਰਹਮ ਜੋਤ ਬ੍ਰਹਮਾਓ, ਬ੍ਰਹਮ ਪ੍ਰਭੂ ਪਰਮੇਸ਼ਰ ਦੀ ਜੋਤ ਬਣ ਕੇ, ਅਤੇ ਜਿਹੜੇ ਬ੍ਰਹਮਾ ਵਰਗੇ ਦੇਵਤੇ ਨੇ ਨਾ, ਗਿਆਨ ਚਿਰਾਗ ਹੈ, ਉਹਨਾਂ ਵਾਸਤੇ ਵੀ ਗਿਆਨ ਦੇ ਚਿਰਾਗ ਦੀਵੇ ਬਣਦੇ ਹੈ। ਬ੍ਰਹਮਾ ਵਰਗੇ ਦੇਵਤਿਆਂ ਨੂੰ ਵੀ ਗਿਆਨ ਦੇਣ ਵਾਲੇ ਬਣ ਜਾਂਦੇ ਹੈ। ਗੁਰਮੁਖ ਐਸੇ ਬ੍ਰਹਮ ਗਿਆਨ ਦੀ ਅਵਸਥਾ ਦੇ ਵਿੱਚ ਵਿਚਰਦੇ ਹੈ। ਅੰਤਰ ਗੁਰਮਤਿ ਚਾਓ, ਅਲਿਪਤ ਅਦਾਗ ਹੈ। ਸਾਧ ਸੰਗਤ ਕਰਦਿਆਂ ਹੋਇਆਂ ਗੁਰਮੁਖਾਂ ਦੇ ਅੰਦਰ ਗੁਰੂ ਦੀ ਮੱਤ, ਗੁਰੂ ਦੀ ਸਿੱਖਿਆ ਨੂੰ ਧਾਰਨ ਕਰਨ ਦਾ ਚਾਅ ਪੈਦਾ ਹੁੰਦਾ। ਚਾਅ ਦਾ ਮਤਲਬ ਉਤਸ਼ਾਹ। ਜਿਵੇਂ ਕੋਈ ਕਿਸੇ ਨੂੰ ਕੰਮ ਕਰਨ ਦਾ ਚਾਅ ਹੁੰਦਾ ਹੈ। ਇੱਕ ਤਾਂ ਹੁੰਦਾ ਵੀ ਬੰਦਾ ਬੱਧਾ ਹੋਇਆ ਕੰਮ ਕਰ ਰਿਹਾ ਹੈ, ਜੀਅ ਕਰਦਾ ਨਹੀਂ ਪਰ ਕਰਨਾ ਪੈ ਰਿਹਾ ਹੈ, ਮਜਬੂਰੀ ਵਸ ਉਹਨੂੰ ਕਰਨਾ ਪੈ ਰਿਹਾ ਹੈ। ਮਹਾਰਾਜ ਕਹਿੰਦੇ ਗੁਰਮੁਖ ਪਿਆਰੇ ਜਿਹੜੇ ਨੇ ਨਾ, ਉਹ ਗੁਰੂ ਦੀ ਮੱਤ ਨੂੰ ਬੜੇ ਚਾਅ ਦੇ ਨਾਲ ਧਾਰਨ ਕਰਦੇ ਹੈ। ਖੁਸ਼ੀ ਹੁੰਦੀ ਹੈ ਜਦੋਂ ਉਹ ਗੁਰੂ ਦਾ ਬਚਨ ਮੰਨਦੇ ਹੈ, ਗੁਰੂ ਦੀ ਸਿੱਖਿਆ ਨੂੰ ਕਮਾਉਂਦੇ, ਉਦੋਂ ਮਨ ਵਿੱਚ ਚਾਅ ਚੜ੍ਹਦਾ ਹੈ। ਅਲਿਪਤ ਅਦਾਗ ਹੈ, ਮਾਇਆ ਵੱਲੋਂ ਨਿਰਲੇਪ ਰਹਿੰਦੇ ਹੈ। ਅਦਾਗ, ਅਤੇ ਉਹਨਾਂ ਦਾ ਜੀਵਨ ਜਿਹੜਾ ਨਾ ਵਿਕਾਰਾਂ ਵੱਲੋਂ ਬੇਦਾਗ ਹੈ। ਉਹਨਾਂ ਦੇ ਜੀਵਨ ਨੂੰ ਕਿਸੇ ਵਿਕਾਰ ਦਾ ਕੋਈ ਦਾਗ ਨਹੀਂ ਲੱਗਾ। ਜਿਵੇਂ ਕੱਪੜਾ, ਚਿੱਟਾ ਕੱਪੜਾ ਮੈਲਾ ਹੋ ਜਾਂਦਾ ਨਾ, ਦਾਗ ਲੱਗਾ ਹੋਵੇ ਦੂਰੋਂ ਹੀ ਨਜ਼ਰ ਆਉਂਦਾ ਹੈ। ਗੁਰਮੁਖ ਪਿਆਰੇ ਜਿਹੜੇ ਨੇ ਨਾ, ਉਹਨਾਂ ਦਾ ਜੀਵਨ ਬੇਦਾਗ ਹੈ, ਕੋਈ ਦਾਗ ਨਹੀਂ ਉਹਨਾਂ ਦੇ ਜੀਵਨ 'ਤੇ। ਤਾਂ ਹੀ ਤਾਂ ਸਾਈਂ ਦੇ ਘਰ ਵਿੱਚ ਪ੍ਰਵਾਨ ਹੁੰਦੇ ਨੇ ਗੁਰਮੁਖ ਪਿਆਰੇ। ਅਤੇ ਜਿਨ੍ਹਾਂ ਦੇ ਜੀਵਨ ਦਾਗਾਂ ਦੇ ਨਾਲ ਭਰੇ ਹੋਏ ਹੋਵਣ,
ਉਹ ਕਦੇ ਮਾਲਕ ਦੇ ਦਰ 'ਤੇ ਪ੍ਰਵਾਨ ਨਹੀਂ ਹੁੰਦੇ। ਅਤੇ ਫਿਰ ਜਿਸ ਨੂੰ ਇਹ ਦਾਗ ਆਪਣੇ ਜੀਵਨ ਵਿੱਚ ਨਜ਼ਰ ਆ ਜਾਣ, ਉਹਨੂੰ ਧੋ ਲੈਣੇ ਚਾਹੀਦੇ ਨੇ। ਅਸੀਂ ਰੋਜ਼ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ। ਬਸਤਰ ਮੈਲੇ ਹੋ ਜਾਣ, ਸਾਬਣ ਦੇ ਨਾਲ, ਸਰਫ ਨਾਲ ਧੋ ਲਈਦੇ ਹੈ। ਜੇ ਜੀਵਨ ਨੂੰ ਦਾਗ ਲੱਗੇ, ਨਾਮ ਦਾ ਸਾਬਣ ਹੈ, ਉਹਦੇ ਨਾਲ ਨਿਖਾਰ ਲਈਦਾ ਹੈ, ਉਹਨੂੰ ਸਵਾਰ ਲਈਦਾ ਹੈ। ਸੋ ਮਹਾਰਾਜ ਕਹਿੰਦੇ ਜਿਹੜਾ ਗੁਰਮੁਖਾਂ ਦਾ ਜੀਵਨ ਹੈ ਨਾ, ਉਹ ਅਦਾਗ ਹੈ, ਕੋਈ ਦਾਗ ਨਹੀਂ ਉਹਨਾਂ ਦੇ ਜੀਵਨ ਨੂੰ। 20-21 ਚੜ੍ਹਾਓ ਸਦਾ ਸੁਹਾਗ ਹੈ। ਸੰਸਾਰ ਜਿਹੜਾ ਨਾ, ਇਹ 20 ਵਿਸ਼ਿਆਂ ਦੇ ਵਿੱਚ, ਵਿਕਾਰਾਂ ਦੇ ਵਿੱਚ ਸਦਾ ਹੀ ਲੱਗਾ ਰਹਿੰਦਾ ਹੈ। ਪਰ ਜਿਹੜੇ ਗੁਰਮੁਖ ਨੇ 21 ਚੜ੍ਹਾਓ, ਉਹ ਇੱਕ ਪਰਮਾਤਮਾ ਦੇ ਵਿੱਚ ਟਿਕੇ ਹੋਏ ਸਦਾ ਉੱਨਤੀ ਕਰਦੇ ਹੈ, ਸਦਾ ਸੁਹਾਗ ਹੈ। ਇਸ ਲਈ ਉਹ ਸਦਾ ਹੀ ਸੁਹਾਗ ਵਾਲੇ ਰਹਿੰਦੇ ਹੈ। ਉਹਨਾਂ ਦਾ ਮਾਲਕ, ਸਿਰ ਦਾ ਸਾਈਂ ਪਰਮਾਤਮਾ ਸਦਾ ਹੀ ਉਹਨਾਂ ਦੇ ਸਿਰ ਦੇ ਉੱਤੇ ਹੈ। ਉਹ ਸਦਾ ਹੀ ਸ਼ਬਦ ਦੇ ਨਾਲ ਜੁੜੇ ਰਹਿੰਦੇ ਹੈ। ਜਿਵੇਂ ਸੁਹਾਗਣ ਹੁੰਦੀ ਹੈ ਨਾ, ਜਿਹਦੇ ਸਿਰ ਦਾ ਸਾਈਂ ਕਾਇਮ ਹੈ, ਉਹ ਸੁਹਾਗਣ। ਇਸੇ ਤਰ੍ਹਾਂ ਗੁਰਮੁਖ ਪਿਆਰਿਆਂ ਦੇ ਸਿਰ ਦੇ ਉੱਤੇ ਪਰਮਾਤਮਾ ਦਾ ਹੱਥ ਹੈ, ਪਰਮਾਤਮਾ ਉਹਨਾਂ ਦਾ ਕੰਤ ਹੈ। ਉਹ ਸਦਾ ਸੁਹਾਗ ਭਾਗ ਵਾਲੇ ਰਹਿੰਦੇ ਹੈ। ਹੁਣ ਅਗਲੀ 14ਵੀਂ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਕਥਨ ਕਰਦੇ ਹੈ, ਗੁਰਮੁਖ ਸ਼ਬਦ ਸੰਭਾਲ ਸੁਰਤ ਸੰਭਾਲੀਐ। ਗੁਰਮੁਖ ਸਦਾ ਹੀ ਸ਼ਬਦ ਦੀ ਸੰਭਾਲ ਕਰਦੇ ਹੈ, ਸ਼ਬਦ ਨੂੰ ਚੇਤੇ ਕਰਦੇ ਹੈ, ਸਦਾ ਹੀ ਗੁਰੂ ਦੇ ਉਪਦੇਸ਼ ਨੂੰ ਅੰਤਰ ਆਤਮੇ ਦ੍ਰਿੜ ਕਰਦੇ ਹੈ। ਸੁਰਤ ਸੰਭਾਲੀਐ, ਅਤੇ ਆਪਣੀ ਸੁਰਤ ਦੇ ਵਿੱਚ ਸਦਾ ਹੀ ਪਰਮਾਤਮਾ ਨੂੰ, ਪਰਮੇਸ਼ਰ ਦੀ ਪ੍ਰੀਤ ਨੂੰ ਚੇਤੇ ਕਰਦੇ ਰਹਿੰਦੇ ਹੈ। ਸੁਰਤ ਵਿੱਚ ਵਸਾ ਕੇ ਰੱਖਦੇ ਹੈ ਪਰਮੇਸ਼ਰ ਨੂੰ। ਗੁਰਮੁਖ ਨਦਰ ਨਿਹਾਲ ਨੇਹ ਨਿਹਾਲੀਐ। ਗੁਰਮੁਖ ਨਦਰ ਨਿਹਾਲ, ਜਿਹੜੇ ਗੁਰਮੁਖ ਹਨ, ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਵੀ ਕਿਰਪਾ ਹੈ। ਗੁਰਮੁਖ ਪਿਆਰੇ ਜਿਹੜੇ ਨੇ ਨਾ, ਜਦੋਂ ਉਹ ਮਿਹਰ ਭਰੀ ਦ੍ਰਿਸ਼ਟੀ ਦੇ ਨਾਲ ਕਿਸੇ ਵੱਲ ਵੇਖਦੇ ਹੈ, ਨਿਹਾਲ ਉਹਨੂੰ ਨਿਹਾਲ ਕਰ ਦਿੰਦੇ ਹੈ, ਦੁੱਖਾਂ ਤੋਂ ਰਹਿਤ ਕਰ ਦਿੰਦੇ ਹੈ। ਨੇਹ ਨਿਹਾਲੀ ਹੈ, ਇਸ ਲਈ ਨੇਹ ਪ੍ਰੇਮ ਦੇ ਨਾਲ ਗੁਰਮੁਖਾਂ ਦੇ ਦਰਸ਼ਨ ਕਰਨੇ ਚਾਹੀਦੇ ਹੈ। ਗੁਰਮੁਖਾਂ ਦੇ ਜਿਹੜੇ ਦਰਸ਼ਨ ਨੇ ਨਾ, ਕਿਸੇ ਪੂਰਨ ਗੁਰਮੁਖ ਸਾਧੂ ਸਤਿਪੁਰਸ਼ ਮਹਾਂਪੁਰਖ ਦੇ ਦਰਸ਼ਨ, ਇਹ ਵੀ ਵੱਡਾ ਪੁੰਨ ਹੈ। ਵੱਡਿਆਂ ਭਾਗਾਂ ਦੇ ਨਾਲ ਹੀ ਕਿਸੇ ਗੁਰਮੁਖ ਦਾ ਮਿਲਾਪ ਹੁੰਦਾ ਹੈ। ਤਾਂ ਗੁਰਮੁਖ ਮਿਹਰ ਦੀ ਦ੍ਰਿਸ਼ਟੀ ਨਾਲ ਤੱਕਦੇ ਹੈ, ਨੇਹ ਨਿਹਾਲੀ ਹੈ, ਅਤੇ ਉਹਨਾਂ ਦੇ ਵੇਖਣ ਦੇ ਵਿੱਚ ਵੀ ਪ੍ਰੇਮ ਨਜ਼ਰ ਆਉਂਦਾ ਹੈ। ਗੁਰਮੁਖ ਸੇਵਾ ਘਾਲ ਵਿਰਲੇ ਘਾਲੀਐ। ਸੇਵਾ ਕਰਨ ਵਾਲੇ ਸੇਵਕ ਤਾਂ ਬਹੁਤ ਨੇ, ਜਿਨ੍ਹਾਂ ਨੂੰ ਅਸੀਂ ਦੇਖਦੇ ਹਾਂ, ਪਰ ਦ੍ਰਿਸ਼ਟੀ ਦੇ ਨਾਲ ਜਿਹੜੇ ਨਿਹਾਲ ਕਰ ਦੇਣ, ਕੀ ਸਾਰਿਆਂ ਦੇ ਕੋਲ ਇਹੋ ਜਿਹੀ ਤਾਕਤ ਹੁੰਦੀ ਹੈ? ਭਾਈ ਗੁਰਦਾਸ ਜੀ ਕਹਿੰਦੇ ਨਹੀਂ। ਗੁਰਮੁਖ ਸੇਵਾ ਘਾਲ ਵਿਰਲੇ ਘਾਲੀਐ। ਇਹਦਾ ਸਹੀ ਕਾਰਨ ਇਹ ਹੈ ਕਿ ਉਹਨਾਂ ਗੁਰਮੁਖਾਂ ਵਰਗੀ ਸੇਵਾ ਘਾਲ ਨਿਮਰਤਾ ਦੇ ਵਿੱਚ ਰਹਿ ਕੇ ਕਮਾਈ ਕੋਈ ਵਿਰਲਾ ਹੀ ਕਮਾਉਂਦਾ ਹੈ। ਕੋਈ ਵਿਰਲਾ ਹੈ ਜਿਹੜਾ ਗੁਰਮੁਖਾਂ ਵਾਂਗ ਨਿਮਰਤਾ ਵਿੱਚ ਰਹਿ ਕੇ ਸੇਵਾ ਘਾਲਣਾ ਕਮਾਈ ਕਰਦਾ ਹੈ। ਗੁਰਮੁਖ ਦੀਨ ਦਇਆਲ ਹੇਤ ਹਿਆਲੀਐ। ਗੁਰਮੁਖ ਜਿਹੜੇ ਨੇ ਉਹ ਦੀਨ ਦਇਆਲ ਹੁੰਦੇ ਨੇ, ਦੀਨਾਂ ਦੇ ਉੱਤੇ, ਗਰੀਬਾਂ ਦੇ ਉੱਤੇ ਦਇਆ ਕਰਦੇ ਹੈ। ਹੇਤ ਹਿਆਲੀ ਹੈ, ਗੁਰਮੁਖਾਂ ਦੇ ਹਿਰਦੇ ਵਿੱਚ ਸਦਾ ਹੇਤ ਪਿਆਰ ਟਿਕਿਆ ਰਹਿੰਦਾ ਹੈ। ਉਹ ਸਾਰਿਆਂ ਨੂੰ ਇੱਕ ਨਜ਼ਰ ਦੇ ਨਾਲ ਵੇਖਦੇ ਹੈ, ਉਹ ਸਾਰਿਆਂ ਨੂੰ ਪਰਮਾਤਮਾ ਦਾ ਰੂਪ ਜਾਣਦੇ ਹੈ। ਖਲਕਤ ਵਿੱਚ ਖਾਲਕ ਦੇ ਦੀਦਾਰ ਕਰਕੇ ਹੇਤ ਕਰਦੇ ਹੈ, ਪਿਆਰ ਕਰਦੇ ਹੈ। ਗੁਰਮੁਖ ਨਿਭੈ ਨਾਲ ਗੁਰ ਸਿੱਖ ਪਾਲੀਐ। ਜਿਹੜੇ ਗੁਰਮੁਖ ਪਿਆਰੇ ਨੇ,
ਉਹ ਅੰਤ ਤੱਕ ਨਾਲ ਸਾਥ ਨਿਭਾਉਂਦੇ ਹੈ। ਉਹ ਸਾਥ ਕਦੇ ਛੱਡਦੇ ਨਹੀਂ। ਦੁਨੀਆ 'ਚ ਵੇਖਦੇ ਆ ਨਾ, ਬੰਦੇ ਦੀ ਗਰਜ ਪੂਰੀ ਹੋਈ ਅਤੇ ਸਾਥ ਛੱਡ ਕੇ ਚਲਿਆ ਗਿਆ, ਪਰ ਗੁਰਮੁਖ ਸਾਥ ਨਹੀਂ ਕਦੇ ਛੱਡਦੇ। ਅੰਤ ਤੱਕ ਨਾਲ ਨਿਭਾਉਂਦੇ ਹੈ, ਸੰਗੀ ਬਣ ਕੇ ਸਦਾ ਨਾਲ ਰਹਿੰਦੇ ਹੈ। ਅਖੀਰ ਤੱਕ ਉਹਨਾਂ ਦਾ ਸਾਥ ਨਾਲ ਨਿਭਦਾ ਹੈ। ਗੁਰ ਸਿੱਖ ਪਾਲੀਐ। ਭਾਈ ਗੁਰਦਾਸ ਜੀ ਕਥਨ ਕਰਦੇ, ਇਸ ਲਈ ਗੁਰੂ ਦੀ ਸਿੱਖਿਆ ਨੂੰ ਪਾਲੀਏ ਸਾਰੇ ਹੀ। ਗੁਰਮੁਖ ਜਿਹੜੇ ਨੇ ਗੁਰੂ ਦੀ ਸਿੱਖਿਆ ਨੂੰ ਪਾਲਦੇ ਹੈ। ਉਹ ਕਿਸੇ ਲਾਲਚ ਵਿੱਚ ਆ ਕੇ ਸਾਥ ਛੱਡ ਕੇ ਨਹੀਂ ਜਾਂਦੇ। ਰਤਨ ਪਦਾਰਥ ਲਾਲ ਗੁਰਮੁਖ ਭਾਲੀਐ। ਉਹਨਾਂ ਗੁਰਮੁਖਾਂ ਦੇ ਕੋਲੋਂ ਰਤਨ ਤੇ ਲਾਲ ਮਿਲਦੇ ਹੈ। ਰਤਨ ਪਦਾਰਥ ਲਾਲ, ਲਾਲ ਪਰਮੇਸ਼ਰ ਦਾ ਪ੍ਰੇਮ, ਅਤੇ ਰਤਨ ਉਹਨਾਂ ਦੇ ਪਾਸੋਂ ਵੈਰਾਗ, ਇਹ ਗੁਣ ਮਿਲਦੇ ਹੈ। ਗੁਰਮੁਖਾਂ ਦੇ ਕੋਲੋਂ ਸਾਨੂੰ ਇਹ ਭਾਲਣੇ ਚਾਹੀਦੇ ਆ। ਹੋਰ ਬਾਹਰੋਂ ਕਿਤੇ ਨਹੀਂ ਮਿਲਦੇ। ਗੁਰਮੁਖਾਂ ਦੇ ਕੋਲੋਂ ਪਰਮੇਸ਼ਰ ਦਾ ਪ੍ਰੇਮ ਅਤੇ ਵੈਰਾਗ ਮਿਲਦਾ ਹੈ। ਗੁਰਮੁਖ ਅਕਲ ਅਕਾਲ ਭਗਤ ਸੁਖਾਲੀਐ। ਗੁਰਮੁਖ ਜਿਹੜੇ ਨੇ ਉਹ ਸੰਸਾਰ ਦੀ ਮੱਤ ਤੋਂ ਉੱਚੇ, ਅਕਲ ਚੰਗੀ ਅਕਲ ਵਾਲੇ ਹੈ। ਅਕਾਲ, ਅਕਾਲ ਕਹਿੰਦੇ ਉਹਨਾਂ 'ਤੇ ਮੌਤ ਵੀ ਆਪਣਾ ਪ੍ਰਭਾਵ ਨਹੀਂ ਪਾ ਸਕਦੀ, ਜਾਂ ਮੌਤ ਵੀ ਉਹਨਾਂ ਨੂੰ ਖਾ ਨਹੀਂ ਸਕਦੀ। ਅਕਾਲ, ਉਹ ਸਦਾ ਹੀ ਅਮਰ ਰਹਿੰਦੇ ਹੈ। ਭਗਤ ਸੁਖਾਲੀ ਹੈ, ਅਤੇ ਉਹ ਗੁਰਮੁਖ ਪਿਆਰੇ ਵਾਹਿਗੁਰੂ ਪਰਮਾਤਮਾ ਦੀ ਭਗਤੀ ਵਿੱਚ ਜੁੜੇ ਰਹਿੰਦੇ ਹੈ। ਜਿਹੜੀ ਭਗਤੀ ਸੁੱਖਾਂ ਦਾ ਘਰ ਹੈ, ਸਦਾ ਸੁੱਖਾਂ ਦੀ ਦਾਤੀ ਹੈ, ਉਸ ਭਗਤੀ ਦੇ ਵਿੱਚ ਜੁੜੇ ਰਹਿੰਦੇ ਹੈ। ਅਥਵਾ ਗੁਰਮੁਖ ਅਕਲ ਅਕਾਲ, ਜਿਹੜੇ ਗੁਰਮੁਖ ਨੇ ਨਾ, ਉਹ ਅਕਲ ਕਲਪਨਾ ਤੋਂ ਰਹਿਤ ਹਨ। ਕਲਪਨਾ ਉਹਨਾਂ ਦੇ ਅੰਦਰ ਨਹੀਂ। ਅਕਾਲ, ਉਹ ਅਮਰ ਹਨ। ਭਗਤ ਸੁਖਾਲੀ ਹੈ, ਅਤੇ ਸੁੱਖਾਂ ਨੂੰ ਦੇਣ ਵਾਲੀ ਵਾਹਿਗੁਰੂ ਦੀ ਭਗਤੀ ਦੇ ਵਿੱਚ ਜੁੜੇ ਰਹਿੰਦੇ ਹੈ। ਗੁਰਮੁਖ ਹੰਸਾਂ ਢਾਲ ਰਸਕ ਰਸਾਲੀ ਹੈ। ਗੁਰਮੁਖ ਜਿਹੜੇ ਨੇ ਹੰਸਾਂ ਢਾਲ ਦਾ ਅਰਥ ਹੈ ਹੰਸਾਂ ਵਰਗੇ ਹੈ। ਹੰਸਾਂ ਵਾਂਗੂ ਤੱਤ ਮਿਥਿਆ ਦਾ ਵਿਵੇਚਨ ਕਰਨ ਵਾਲੇ ਹੈ। ਜਿਵੇਂ ਹੰਸ ਦੁੱਧ ਅਤੇ ਪਾਣੀ ਨੂੰ ਵੱਖੋ ਵੱਖਰੀ ਕਰ ਦਿੰਦਾ ਨਾ, ਇਸੇ ਤਰ੍ਹਾਂ ਗੁਰਮੁਖ ਤੱਤ ਅਤੇ ਮਿਥਿਆ ਨੂੰ ਵੱਖੋ ਵੱਖਰਾ ਕਰ ਲੈਂਦੇ ਹੈ। ਤੱਤ ਨੂੰ ਗ੍ਰਹਿਣ ਕਰ ਲੈਂਦੇ ਹੈ, ਮਿਥਿਆ ਨੂੰ ਛੱਡ ਦਿੰਦੇ ਹੈ। ਜਿੰਨੇ ਦੁਨੀਆ ਦੇ ਪਦਾਰਥ ਇਹ ਸਾਰੇ ਮਿਥਿਆ, ਨਾਸ਼ਵੰਤ, ਝੂਠੇ ਨੇ। ਇਹਨਾਂ ਦੇ ਨਾਲ ਕੋਈ ਲਗਾਓ ਨਹੀਂ ਹੁੰਦਾ ਉਹਨਾਂ ਦਾ। ਅਤੇ ਤੱਤ ਕੀ ਹੈ? ਪਰਮੇਸ਼ਰ, ਪਰਮੇਸ਼ਰ ਦਾ ਨਾਮ। ਤੱਤ ਨੂੰ, ਨਾਮ ਨੂੰ ਸਦਾ ਗ੍ਰਹਿਣ ਕਰਦੇ ਹੈ। ਰਸਕ ਰਸਾਲੀ ਹੈ, ਅਤੇ ਰਸ ਵਾਲੀ ਪਰਮੇਸ਼ਰ ਦੀ ਭਗਤੀ ਦੇ ਉਹ ਸਦਾ ਹੀ ਆਸ਼ਿਕ ਬਣੇ ਰਹਿੰਦੇ ਹੈ। ਰਸਕ ਰਸਾਲੀ ਹੈ, ਰਸਦਾਇਕ ਪਰਮੇਸ਼ਰ ਦੀ ਭਗਤੀ ਦਾ ਸਦਾ ਰਸ ਮਾਣਦੇ ਹੈ। ਨਾਮ ਰਸ ਨੂੰ ਚੱਖਦੇ ਹੈ। ਇਸ ਰਸ ਨੂੰ ਸਦਾ ਹੀ ਉਹ ਲੈਣ ਵਾਲੇ ਹਨ। ਇਹ ਗੁਰਮੁਖਾਂ ਦਾ ਐਸਾ ਜੀਵਨ ਹੁੰਦਾ ਹੈ। ਸਾਧ ਸੰਗਤ ਦੇ ਵਿੱਚੋਂ ਉਹ ਐਸੇ ਸਮੁੱਚੇ ਹੀ ਗੁਣਾਂ ਨੂੰ ਪ੍ਰਾਪਤ ਕਰਦੇ ਹੈ। ਸਤਿਗੁਰੂ ਪਾਤਸ਼ਾਹ ਮਿਹਰ ਕਰਨ। ਪਾਵਨ ਭਾਈ ਗੁਰਦਾਸ ਜੀ ਦੀ ਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਗੁਰਮੁਖ ਅਕਲ ਅਕਾਲ ਭਗਤ ਸੁਖਾਲੀ ਹੈ। ਗੁਰਮੁਖ ਹੰਸਾ ਢਾਲ ਰਸਕ ਰਸਾਲੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਏ ਕੋਈ ਸਾਗਰ ਸਮਗਰੀ